तो है प्रसाद सवैये प्रतिपाल करे नित संत उबार गनी मन गार है। सो ये सवैये महाराज सच्चे पातशाह ने जो उच्चारण किए ने, जिवें जपजी साहब दे नाल शब्द हजारे पढ़ी दे ने, पातशाही पंजवीं, फिर जाप साहब दे नाल पातशाही दसवीं दे शब्द हजारे, सवैयां दे नाल ये सवैये पढ़ी दे ने। चौपी साहब नाल चौपी साहब दा पाठ हुंदा, फिर आनंद साहब, फिर नाल ही 12 माहां दा पाठ। इस तरह करके पुरातन नितनेम ਸਿੰਘਾਂ ਦਾ ਚੱਲਿਆ ਆਉਂਦਾ। ਇਹ ਇੱਕ ਉਦਮ ਹੀ ਹੁੰਦਾ ਹੈ। ਜਦੋਂ ਆਪਾਂ ਨੇ ਹੁਣ ਨਵੇਂ ਜਿਹੜੀਆਂ ਪੋਥੀਆਂ ਛਪੀਆਂ ਉਹਨਾਂ ਵਿੱਚ ਤਰਤੀਬ 'ਚ 5 ਬਾਣੀਆਂ ਜ਼ਰੂਰ ਕੀਤੀਆਂ। ਐਸਾ ਮਨ ਬੇਈਮਾਨ ਹੁੰਦਾ ਵੀ ਚੱਲ 5 ਬਾਣੀਆਂ ਤਾਂ ਹੁਣ ਪੜ੍ਹ ਹੀ ਲਈਆਂ, ਚਲੋ ਬੰਦ ਕਰੋ ਪੋਥੀ, ਚਲੋ ਰੱਖ ਦਿਓ। ਜਿਹੜੇ ਪੁਰਾਤਨ ਸੁੰਦਰ ਗੁਟਕੇ ਸੀ ਉਹ ਇਸੇ ਕਰਕੇ ਪਹਿਲਾਂ ਉਹਨਾਂ 'ਚ ਕਾਫੀ ਬਾਣੀਆਂ ਪਹਿਲਾਂ ਨਾਲ ਵੀ ਨਾਲ ਤੇ ਪੜ੍ਹ ਹੁੰਦੀਆਂ, ਜਾਂ 5 ਬਾਣੀਆਂ ਪੜ੍ਹੀਏ ਬਸ ਮੁੜ ਕੇ ਫਿਰ ਕੋਈ ਪੜ੍ਹਦਾ ਹੀ ਨਹੀਂ ਹੈ। ਤੇ ਇਹਨਾਂ ਦੀ ਲੋੜ ਸੀ ਆਪਾਂ ਨੂੰ, ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਇੱਕ ਹੈ ਪ੍ਰਣਵ ਆਦਿ ਏਕ ਓੰਕਾਰਾ ਚੌਪੀ ਸਾਹਿਬ ਦਾ ਪਾਠ, ਬਾਕੀ ਜਿਵੇਂ ਮਹਾਰਾਜ ਕਰਾਉਣਗੇ ਕਰਾਂਗੇ। ਫਿਰ ਆਨੰਦ ਸਾਹਿਬ ਦੀ ਵਾਰੀ ਹੈ ਬਾਅਦ ਦੇ ਵਿੱਚ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਤੇਰੀ ਕਿਰਪਾ ਨਾਲ ਸਵਈਏ ਉਚਾਰਨ ਕਰਨ ਲੱਗਿਆ ਹਾਂ। ਇਹ ਵੀ ਅਕਾਲ ਉਸਤਤ ਵਿੱਚ ਹੀ ਹਨ। ਪਾਤਸ਼ਾਹੀ ਦਸਵੇਂ ਪਾਤਸ਼ਾਹ ਕਿਰਪਾ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੀਨਨ ਕੀ ਪ੍ਰਤਪਾਲ ਕਰੈ ਨਿਤ। ਦੀਨਨ ਜਿਹੜੇ ਗਰੀਬ ਨੇ ਉਹਨਾਂ ਦੀ ਪ੍ਰਤਪਾਲਨਾ ਹਰ ਰੋਜ਼ ਅਕਾਲ ਪੁਰਖ ਵਾਹਿਗੁਰੂ ਨਿਤ ਕਰਦੇ ਨੇ, ਆਪ ਕਰਦੇ ਨੇ। ਸੰਤ ਉਬਾਰ ਗਨੀ ਮਨ ਗਾਰੈ, ਸੰਤਾਂ ਨੂੰ ਉਬਾਰਦਾ ਹੈ, ਬਚਾਉਂਦਾ ਹੈ ਦੁੱਖਾਂ ਤੋਂ। ਅਤੇ ਗਨੀਮਨ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਗਾਰੈ, ਗਰਕ ਕਰ ਦਿੰਦਾ, ਗਾਲ ਦਿੰਦਾ ਹੈ। ਹਰੇਕ ਦੀ ਪਾਲਣਾ ਕਰਦਾ ਹੈ। ਪਛ ਪਸ਼ੂ ਨਾਗ ਨਰਾਧਿਪ, ਪਛ ਪੰਛੀ ਜਿਹੜੇ ਨੇ, ਪਸ਼ੂ ਜਿਹੜੇ ਨੇ, ਨਗ ਜਿਹੜੇ ਦਰਖਤ ਨੇ ਜਾਂ ਪਹਾੜ ਨੇ, ਨਾਗ ਜਿਹੜੇ ਸੱਪ ਨੇ, ਨਰਾਧਿਪ ਜਿਹੜੇ ਰਾਜੇ ਨੇ। ਭਾਵ ਇਹਦੇ 'ਚ ਸਾਰੀਆਂ ਚੀਜ਼ਾਂ ਆ ਗਈਆਂ। ਪਸ਼ੂ ਪੰਛੀ 84 ਲੱਖ ਜੂਨ, ਸਾਰੀ ਦੀ ਪਾਲਣਾ ਸਰਬ ਸਮੇਂ ਸਭ ਕੋ ਪ੍ਰਤਪਾਰ ਹੈ। ਸਾਰਿਆਂ ਸਮਿਆਂ ਦੇ ਵਿੱਚ ਸਾਰਿਆਂ ਦੀ ਹੀ ਪਾਲਣਾ ਕਰਦਾ ਹੈ। ਹਰੇਕ ਦੀ ਪਾਲਣਾ ਵਾਹਿਗੁਰੂ ਆਪ ਹੀ ਕਰਦਾ ਹੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ। ਮਹਾਰਾਜ ਕਹਿੰਦੇ ਪੋਖਤ ਹੈ, ਪਾਲਣਾ ਕਰਦਾ ਹੈ। ਕਿੱਥੇ ਕਿੱਥੇ ਕਰਦਾ? ਜਲ ਮੈਂ। 42 ਲੱਖ ਜੂਨ ਪਾਣੀ 'ਚ ਕਰਮ ਕਰਦੀ ਆਪਣਾ। 42 ਲੱਖ ਜੂਨ ਪਾਣੀ 'ਚ ਹੈ, ਉਹਨੂੰ ਉੱਥੇ ਪਾਲਦਾ ਹੈ, ਉੱਥੇ ਇੰਤਜ਼ਾਮ ਕਰਕੇ ਦਿੰਦਾ ਹੈ। ਤੇ 42 ਲੱਖ ਆਪਣੀ ਬਾਹਰ ਹੈ, ਥਲ ਮੈਂ। ਇਸ ਤਰ੍ਹਾਂ 42 ਲੱਖ ਜੂਨੀਆਂ ਨੂੰ ਥਲ ਦੇ ਵਿੱਚ, ਮਿੱਟੀ ਦੇ ਵਿੱਚ ਹੋਣ, ਚਾਹੇ ਉਹ ਧਰਤੀ ਦੇ ਉੱਤੇ ਹੋਣ ਜਾਂ ਪਤਾਲ ਦੇ ਵਿੱਚ ਵੀ ਵੜੇ ਹੋਣ, ਮਿੱਟੀਆਂ ਵਿੱਚ ਰੋਲਣ ਵਾਲੇ ਕੀੜੇ ਹੋਣ ਭਾਵੇਂ, ਪਲ ਮੈਂ। ਪਲ ਦੇ ਵਿੱਚ ਹੀ ਉਹਨਾਂ ਦੇ ਪੇਟ ਭਰਦਾ ਹੈ। ਕੱਲ ਕੇ ਨਹੀਂ ਕਰਮ ਵਿਚਾਰੈ, ਕੱਲ ਦੇ ਕੀਤੇ ਹੋਏ ਕੰਮਾਂ ਨੂੰ ਵਿਚਾਰਦਾ ਨਹੀਂ ਹੈ। ਪਹਿਲਾਂ ਦੇ ਕੀਤੇ ਹੋਏ ਉਹਦੇ ਕੰਮ ਇਹ ਨਹੀਂ ਦੇਖਦਾ ਕਿ ਇਹਨੇ ਤਾਂ ਬੜਾ ਮਾੜਾ ਕੰਮ ਕੀਤਾ ਕੱਲ ਜਾਂ ਅੱਜ, ਇਹ ਨਹੀਂ ਦੇਖਦਾ। ਕਿਉਂਕਿ ਵਾਹਿਗੁਰੂ ਨੇ ਸਾਡੀ ਪਾਲਣਾ ਕਰਨੀ ਹੈ, ਸਾਡੀ ਰੋਟੀ ਚਲਦੀ ਰੱਖਣੀ ਹੈ ਉਹਨੇ। ਦੀਨ ਦਇਆਲ ਦਇਆ ਨਿਧ ਦੋਖਨ, ਦੇਖਤ ਹੈ ਪਰ ਦੇਤ ਨ ਹਾਰੈ। ਦੀਨ ਗਰੀਬਾਂ ਦੇ ਉੱਤੇ ਜੋ ਦਇਆ ਕਰਨ ਵਾਲਾ, ਦਇਆ ਦਾ ਨਿਧ ਖਜ਼ਾਨਾ ਹੈ। ਦੋਖਨ ਦੇਖਤ ਹੈ, ਸਾਡੇ ਦੋਸ਼ਾਂ ਨੂੰ, ਪਾਪਾਂ ਨੂੰ ਦੇਖਦਾ ਜ਼ਰੂਰ ਹੈ। ਉਹ ਦੇਖੀ ਜਾਂਦਾ ਸਾਨੂੰ ਵੀ ਮਾੜੇ ਤੋਂ ਮਾੜਾ ਕੰਮ ਕਰਦਾ। ਸਭ ਦੁਨੀਆ ਮਾੜੇ ਕੰਮ ਕਰਦੀ ਹੈ, ਚੰਗੇ ਵਾਲੇ ਘੱਟ ਹੀ ਬੰਦੇ ਨਜ਼ਰ ਆਉਂਦੇ ਨੇ। ਪਰ ਦੇਤ ਨਾ ਹਾਰੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ, ਦੇਣੋਂ ਨਹੀਂ ਹਟਦਾ। ਇਹ ਨਹੀਂ ਕਹਿੰਦਾ ਕਿ ਫਲਾਣੇ ਤੋਂ ਬੰਦੇ ਬੜੇ ਮਾੜੇ ਨੇ, ਉਹਨਾਂ ਨੂੰ ਮੈਂ ਨਹੀਂ ਦੇਣਾ। ਹਰੇਕ ਬੰਦੇ ਨੂੰ ਰੋਜੀ ਰੋਟੀ ਦਿੰਦਾ ਹੈ, ਕਿਉਂਕਿ ਉਹਦੇ ਪਿਛਲੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹਰੇਕ ਬੰਦੇ ਤੇ। ਦਾਹਤ ਹੈ
ਦੁੱਖ ਦੋਖਨ ਕੋ ਦਾਹਤ ਨਾਮ ਹੁੰਦਾ ਸਾੜਨ ਦਾ। ਸਾੜ ਦਿੰਦਾ ਹੈ ਸਾਡੇ ਦੁੱਖ ਅਤੇ ਦੋਖਨ ਜਿਹੜੇ ਪਾਪ ਨੇ, ਪਾਪਾਂ ਤੇ ਦੁੱਖਾਂ ਨੂੰ ਵਾਹਿਗੁਰੂ ਸਾੜ ਦਿੰਦਾ ਹੈ। ਦਲ ਦੁਜਨ ਕੇ ਪਲ ਮੈਂ ਦਲ ਡਾਰ ਹੈ। ਜਿਹੜੇ ਦੁਰਜਨ ਬੰਦੇ ਨੇ, ਗੰਦੇ ਪੁਰਸ਼ ਨੇ, ਜਿਹੜੇ ਨੇ ਪਾਪੀ ਲੋਕ ਨੇ, ਉਹਨਾਂ ਦੇ ਜਿਹੜੇ ਦਲ ਨੇ, ਸੋ ਪਾਪੀਆਂ ਬੰਦਿਆਂ ਦੇ ਟੋਲਿਆਂ ਦੇ ਟੋਲੇ, ਡਾਕੂਆਂ ਦੇ, ਚੋਰਾਂ ਦੇ, ਠੱਗਾਂ ਦੇ, ਪਾਪੀਆਂ ਦੇ, ਗਲਤ ਕਿਸਮ ਦੇ ਟੋਲੇ ਨੇ ਜਿਹੜੇ, ਪਲ ਮੈਂ ਦਲ ਡਾਰ, ਉਹਨਾਂ ਟੋਲਿਆਂ ਨੂੰ ਇੱਕ ਪਲ ਦੇ ਵਿੱਚ ਹੀ ਦਲੀ ਮਲੀ ਕਰ ਦਿੰਦਾ, ਦਲ ਕੇ ਸੁੱਟ ਦਿੰਦਾ ਉਹਨਾਂ ਨੂੰ, ਪਾਪੀਆਂ ਮਲੇਛਾਂ ਨੂੰ। ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ। ਖੰਡ ਅਖੰਡ, ਸੋ ਜਿਹੜੇ ਬੰਦਿਆਂ ਦੇ ਪ੍ਰਤਾਪ ਜਿਹੜੇ ਨੇ ਪ੍ਰਚੰਡ, ਤੇਜ ਪ੍ਰਤਾਪ ਵਾਲੇ ਬੰਦੇ ਨੇ, ਜਿਹੜੇ ਖੰਡਨ ਤੋਂ ਰਹਿਤ ਨੇ, ਜਿਨ੍ਹਾਂ ਨੂੰ ਕੋਈ ਕੱਟ ਨਹੀਂ ਸਕਦਾ, ਜਿਨ੍ਹਾਂ ਨੂੰ ਕੋਈ ਮਾਰ ਨਹੀਂ ਸਕਦਾ, ਜਿਨ੍ਹਾਂ ਬੰਦਿਆਂ ਦਾ ਪ੍ਰਚੰਡ ਪ੍ਰਤਾਪ ਹੈ। ਹਰਨਾਕਸ਼, ਰਾਵਣ, ਦੁਰਯੋਧਨ, ਹੋਰ ਬੜੇ ਬੜੇ ਦੁਨੀਆ ਤੇ ਹੋਏ ਨੇ, ਜਿਨ੍ਹਾਂ ਦੇ ਮੂਹਰੇ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਿਆ, ਬੋਲ ਨਹੀਂ ਸਕਿਆ। ਪ੍ਰਹਾਰਨ ਲਿਖਿਆ, ਪਰ ਅੱਖਰ ਤਾਂ ਪ੍ਰਹਾਰਨ ਹੈ, ਅਰਥ ਪ੍ਰਹਾਰਨ ਹੈ। ਉਹਨਾਂ ਦੇ ਉੱਤੇ ਵੀ ਪ੍ਰਹਾਰ ਕਰਦਾ, ਹਮਲਾ ਕਰ ਦਿੰਦਾ, ਉਹਨਾਂ ਨੂੰ ਵੀ ਨਾਸ਼ ਕਰ ਦਿੰਦਾ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਰਾਵਣ ਤੇ ਵੀ ਹਮਲਾ ਕਰਕੇ ਮਾਰ ਦਿੱਤਾ ਉਹਨੂੰ। ਜਿੰਨੇ ਵੀ ਪਾਪੀ ਨੇ, ਉਹਨਾਂ ਪਾਪੀਆਂ ਦੇ ਦਲਾਂ ਨੂੰ ਝਟਪਟੀ ਮਾਰ ਕੇ ਸਮਾਪਤ ਕਰ ਦਿੰਦਾ। ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰ ਹੈ। ਜਿਹੜਾ ਕੋਈ ਪ੍ਰੇਮੀ ਵਾਹਿਗੁਰੂ ਨਾਲ ਪੂਰਨ ਪ੍ਰੀਤੀ ਕਰਦਾ ਹੈ, ਉਹਦੀ ਪ੍ਰੀਤ ਨੂੰ ਸੰਭਾਲਦਾ ਹੈ, ਯਾਦ ਕਰਦਾ ਵੀ ਇਹਨੇ ਮੈਨੂੰ ਪ੍ਰੀਤ ਕੀਤੀ ਹੈ। ਪੂਰਨ ਪ੍ਰੇਮ, ਪ੍ਰੇਮ ਜਨੈਨ ਪ੍ਰੇਮ 100% ਪੂਰਾ ਹੋ ਜਾਵੇ ਵੀ ਇਹ ਤਾਂ ਸਿਰਫ ਮੇਰਾ ਹੈ, ਮੈਨੂੰ ਹੀ ਧਿਆਉਂਦਾ ਹੈ। ਸੋ ਇਸ ਕਰਕੇ ਉਹ ਮਹਾਰਾਜ ਨੇ ਆਪ ਲਿਖਿਆ ਵੀ ਹੈ, ਪ੍ਰੇਮ ਕਈ ਵਾਰ ਦਿਖਾਇਆ ਵੀ ਹੈ। ਇੱਕ ਦੁੱਧ ਵੇਚਣ ਵਾਲੀ ਗੁਜਰੀ ਪਹਾੜਾਂ ਵਿੱਚ ਰਹਿੰਦੀ, ਉਹ ਆਨੰਦਪੁਰ ਸਾਹਿਬ ਮੱਥਾ ਟੇਕਣ ਆਉਂਦੀ ਰਹੀ। ਮਹਾਰਾਜ ਤੇ ਬਹੁਤ ਯਕੀਨ ਸੀ, ਬਾਣੀ ਪੜ੍ਹਨੀ, ਭਰੋਸਾ ਕਰਨਾ। ਦੁੱਧ ਲਿਆ ਕੇ ਲੰਗਰ 'ਚ ਪਾਉਂਦੀ। ਇੱਕ ਦਿਨ ਗਾਗਰ ਭਰੀ ਹੋਈ ਲੰਗਰ ਵੱਲ ਨੂੰ ਆਈ, ਫਲੇ ਰਸਤੇ ਵਿੱਚ ਜੰਗਲ ਵਿੱਚ ਹੀ ਹੈ। ਮਹਾਰਾਜ ਦਾ ਧਿਆਨ ਧਰਦਿਆਂ ਉਹਦਾ ਐਸਾ ਮਨ ਜੁੜਿਆ ਕਿ ਪੈਰ ਰੁਕ ਗਏ ਉੱਥੇ ਹੀ। ਗਾਗਰ ਥੱਲੇ ਰੱਖ ਕੇ ਮਹਾਰਾਜ ਨੂੰ ਸਮਾਧੀ 'ਚ ਪਕੜ ਲਿਆ, ਚਰਨ ਪਕੜ ਲਏ ਮਹਾਰਾਜ ਦੇ। ਪ੍ਰੇਮ ਦੇ ਨਾਲ ਐਸਾ ਮਹਾਰਾਜ ਨੂੰ ਖਿੱਚ ਪਾਈ, ਜਿਵੇਂ ਭਾਈ ਗੋਂਦੇ ਨੇ ਮਹਾਰਾਜ 7ਵੇਂ ਪਾਤਸ਼ਾਹ ਚਰਨ ਪਕੜ ਲਏ ਸੀ। ਇਹਦਾ ਮਨ ਇੰਨਾ ਇਕਾਗਰ ਹੋ ਗਿਆ, ਗੁਰੂ ਸਾਹਿਬ ਦੀ ਇੰਨੀ ਬਖਸ਼ਿਸ਼ ਸੀ, ਬਾਣੀ ਪੜ੍ਹਦਿਆਂ ਮਨ ਇੰਨਾ ਟਿਕ ਗਿਆ, ਦੁੱਧ ਲੈ ਕੇ ਉੱਥੇ ਹੀ ਬੈਠ ਗਈ। ਹੁਣ ਮਨ ਦੇ ਅੰਦਰ 10ਵੇਂ ਪਾਤਸ਼ਾਹ ਦੇ ਸਰੂਪ ਨੂੰ ਵਸਾ ਕੇ ਉਸੇ ਸਰੂਪ ਦੇ ਚਰਨ ਪਕੜ ਕੇ ਸਿਮਰਨ ਕਰਦੀ। ਹੁਣ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰਾ ਹੈ। ਮਹਾਰਾਜ ਨੇ ਉਸੇ ਵਕਤ ਘੋੜੇ ਤੇ ਕਾਠੀ ਪਵਾਈ, ਚਲੋ ਬਈ। 5 ਸਿੰਘ ਨਾਲ ਲਏ, ਕਿੰਨੀ ਦੂਰ ਘੋੜੇ ਤੋਂ ਉਤਰ ਕੇ ਸਤਿਗੁਰੂ ਸਮਾਧੀ 'ਚ ਲੀਨ ਬੈਠੀ। ਸਤਿਗੁਰੂ ਨੇ ਆਪਣਾ ਜੋੜਾ ਉਤਾਰ ਦਿੱਤਾ ਵੀ ਖੜਕਾ ਨਾ ਹੋ ਜਾਏ, ਨੰਗੇ ਚਰਨੀ ਮਹਾਰਾਜ ਅੱਗੇ ਵਧੇ ਹੌਲੀ ਹੌਲੀ। ਜਾ ਕੇ ਮਾੜੀ ਜੀ ਆਵਾਜ਼ ਦਿੱਤੀ ਤੇ ਉਹ ਬੋਲੀ ਨਹੀਂ, ਕਿਉਂਕਿ ਸਮਾਧੀ 'ਚ ਲੀਨ ਹੈ। ਹੁਣ ਸਤਿਗੁਰੂ ਸਰਬ ਕਲਾ ਸਮਰੱਥ ਨੇ, ਸਤਿਗੁਰੂ ਨੇ ਸੂਖਮ ਰੂਪ ਧਾਰ ਕੇ ਉਹਦੇ ਧਿਆਨ ਦੇ ਅੰਦਰ ਦੀ ਹੋ ਕੇ ਉਹ ਅੰਦਰਲੇ ਸਰੂਪ ਦੇ ਜਿੱਥੇ ਦਰਸ਼ਨ ਕਰ ਰਹੀ, ਉਸ ਸਰੂਪ ਵਿੱਚ ਬੋਲੇ ਨੇ, ਬੇਟਾ ਅਸੀਂ ਆਏ ਹਾਂ, ਸਾਨੂੰ ਦੁੱਧ ਛਕਾ। ਜਦ ਇੰਨੀ ਗੱਲ ਕਹੀ, ਮਹਾਰਾਜ ਨੇ ਅੰਦਰਲੇ ਸਰੂਪ ਵਿੱਚੋਂ ਬੋਲ ਕੇ ਤਾਂ ਇੱਕਦਮ ਜਦ ਉਹਦੀਆਂ ਅੱਖਾਂ ਖੁੱਲੀਆਂ ਤਾਂ ਕੀ ਦੇਖਦੀ ਆ ਕਿ ਮਹਾਰਾਜ ਸਾਹਮਣੇ ਖੜੇ ਨੇ। ਫਿਰ ਸਤਿਗੁਰੂ ਮਹਾਰਾਜ ਨੂੰ ਦੁੱਧ ਪਿਆਇਆ। ਸਤਿਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ਾਂ ਕੀਤੀਆਂ ਉਹਦੇ ਤੇ। ਇਸ ਕਰਕੇ ਸਤਿਗੁਰੂ ਕਹਿੰਦੇ, ਭਾਈ ਮੈਂ ਪ੍ਰੇਮ ਦਾ ਭੁੱਖਾ, ਮੈਨੂੰ ਜੇ ਕੋਈ ਪ੍ਰੇਮ ਨਾਲ ਯਾਦ ਕਰੇ, ਪ੍ਰੇਮ ਨਾਲ ਬਾਣੀ ਪੜ੍ਹੇ, ਤਰਕਾਂ ਨਾ ਕਰੇ,
ਤਰਕਾਂ ਕਰਨ ਕਰਕੇ ਹੀ ਡੁੱਬਣਾ ਸਾਰਿਆਂ ਨੇ। ਜਿੰਨੀ ਤਰਕ ਉੱਠਦੀ ਆਪਣੇ ਮਨ ਵਿੱਚ ਸਮਝ ਲਓ ਮੇਰੇ ਮਾੜੇ ਭਾਗ ਨੇ। ਤਰਕ ਨਾ ਉੱਠੇ ਮਨ ਦੇ ਅੰਦਰ, ਤਰਕ ਨਾ ਚਾ ਭਰਮੀਆਂ ਚਾ ਕੇ ਸਵਾ ਬਚਾਉਣੀ ਆਈਏ ਮਈਏ ਏਕ ਆਨ ਜੀਓ ਪਿੰਦੀ ਉਬਕਲੇ ਸੰਸਾਰਾ ਪਰੰਪਰਾ ਆਏ ਤੁਮਚੇ ਦੁਆਰਾ ਤੂੰ ਕੁਨ ਰੇ। ਕਹੇ ਤੂੰ ਕੌਣ ਹੈ? ਕਹਿੰਦੇ ਮੈਂ ਨਾਮਾ ਹੋ ਜੀ। ਕਹਿੰਦੇ ਮੈਂ ਨਾਮਦੇਵ ਹੈ। ਰਾਮਾਨੰਦ ਜੀ ਕਹਿਣ ਲੱਗੇ ਬਸ ਇੱਥੇ ਹੀ ਖੜਾ ਹਾਲੇ ਤੱਕ ਆਪਣੇ ਆਪ ਨੂੰ ਨਾਮਦੇਵ ਹੀ ਸਮਝੀ ਜਾਂਦਾ। ਕਹਿੰਦੇ ਆਲਾ ਤੇ ਨਿਵਾਰਣਾ ਜਮ ਕਾਰਣਾ। ਕਹਿੰਦੇ ਇਸ ਭਰਮ ਦੀ ਨਿਵਰਤੀ ਵਾਸਤੇ ਤਾਂ ਤੁਹਾਡੇ ਕੋਲ ਆਏ ਆ। ਨਾਮਦੇਵ ਜੀ ਨੂੰ ਰਾਮਾਨੰਦ ਜੀ ਕਹਿਣ ਲੱਗੇ ਤੂੰ ਨਾਮਦੇਵ ਨਹੀਂ ਹੈ, ਤੂੰ ਆਤਮਾ ਹੈ। ਨਾਮਦੇਵ ਤਾਂ ਤੇਰੇ ਸਰੀਰ ਦਾ ਨਾਮ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਪ੍ਰੀਤ ਸੰਭਾਲਣੇ ਨੇ। ਪਾਰ ਨਾ ਪਾਏ ਸਕੈ ਪਦਮਾ ਪਤ। ਪਦਮਾ ਪਤ ਜੋ ਲక్ష్ਮੀ ਹੈ, ਇਹਦਾ ਜੋ ਪਤੀ ਹੈ, ਉਹ ਵੀ ਪਾਰ ਨਹੀਂ ਪਾ ਸਕਦਾ। ਵਿਸ਼ਨੂੰ ਵੀ ਉਹਦਾ ਵੇਦ ਕਤੇਬ ਅਭੇਦ ਉਚਾਰ ਹੈ। ਚਾਰੇ ਵੇਦ ਕਤੇਬਾਂ ਜਿਹੜੀਆਂ ਚਾਰ ਮੁਸਲਮਾਨਾਂ ਦੀਆਂ ਪਵਿੱਤਰ ਪੁਸਤਕਾਂ ਨੇ, ਉਹ ਵੀ ਅਭੇਦ ਉਚਾਰਦੇ ਨੇ। ਕਹਿੰਦੇ ਅਭੇਦ ਹੈ, ਉਹਦਾ ਭੇਦ ਨਹੀਂ ਅਸੀਂ ਪਾ ਸਕਦੇ ਹਾਂ। ਉਹ ਕਿੰਨਾ ਕੁ ਵੱਡਾ ਹੈ, ਅਸੀਂ ਉਹਦਾ ਭੇਦ ਨਹੀਂ ਪ੍ਰਾਪਤ ਕਰ ਸਕਦੇ। ਰੋਜੀ ਹੀ ਰਾਜ ਬਿਲੋਕਤ ਰਾਜ ਕਰੋਖ ਰੂਹਾਨ ਕੀ ਰੋਜੀ ਨ ਟਾਰੈ। ਅਕਾਲ ਪੁਰਖ ਰੋਜੀ ਹੀ ਰਾਜ ਬਿਲੋਕਤ, ਰੋਜ਼ ਹੀ ਸਾਡੇ ਰਾਜ ਨੇ, ਜਿਹੜੇ ਰਾਜ ਗੁਪਤ ਗੱਲਾਂ ਸਾਡੀਆਂ ਬਿਲੋਕਤ ਦੇਖਦਾ ਹੈ। ਰੋਜ਼ ਹੀ ਸਾਡੀਆਂ ਅੰਦਰਲੀਆਂ ਗੱਲਾਂ ਦੇਖਦਾ ਰਹਿੰਦਾ। ਉਹ ਇਹ ਕਿੰਨੇ ਕੁ ਪਾਣੀ 'ਚ ਕੀ ਕਰਦਾ ਹੈ, ਸਾਰਾ ਕੁਝ ਪਤਾ ਹੈ। ਗਲਤ ਗੱਲਾਂ ਦਾ ਵੀ ਪਤਾ ਹੈ, ਚੰਗੀਆਂ ਦਾ ਵੀ ਪਤਾ ਹੈ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਰਾਜਕ ਹੈ, ਅਕਾਲ ਪੁਰਖ ਰੋਜੀ ਦੇਣ ਵਾਲਾ ਹੈ। ਰੋਖ ਰੋਹ ਹੁੰਦਾ ਗੁੱਸੇ 'ਚ ਆ ਕੇ, ਨਮੋ ਰੋਖ ਰੋਖੇ ਜਾਪ ਸਾਹਿਬ 'ਚ ਅੱਖਰ ਆਇਆ ਸੀ। ਸਤਿਗੁਰੂ ਮਹਾਰਾਜ ਕਹਿੰਦੇ ਰੋਖ ਵਿੱਚ ਆ ਕੇ ਰੂਹਾਨ, ਜਿਹੜੀਆਂ ਰੂਹਾਂ ਨੇ, ਜੀਵ ਨੇ, ਕੀ ਰੋਜੀ ਨਾ ਟਾਰਾ ਹੈ। ਗੁੱਸੇ 'ਚ ਆ ਕੇ ਕਦੇ ਨਹੀਂ ਕਹਿੰਦਾ ਮੈਂ ਨਹੀਂ ਤੈਨੂੰ ਰੋਟੀ ਦੇਣੀ, ਤੂੰ ਤਾਂ ਨਾਮ ਹੀ ਨਹੀਂ ਜਪਿਆ 24 ਘੰਟੇ 'ਚ, ਤੂੰ ਤਾਂ ਬੜਾ ਪਾਪੀ ਆਦਮੀ, ਤੂੰ ਤਾਂ ਬੜਾ ਦੋਖੀ ਆਦਮੀ। ਮਹਾਰਾਜ ਕਹਿੰਦੇ ਸਾਡੇ ਦੇਖੋ ਗੁਨਾਹਾਂ ਨੂੰ, ਗੁਪਤ ਗੱਲਾਂ ਨੂੰ ਰੋਜ਼ ਦੇਖਦਾ ਹੋਇਆ ਵੀ ਸਾਨੂੰ ਰੋਟੀ ਭੇਜ ਦਿੰਦਾ ਹੈ। ਰੋਟੀ ਤਾਂ ਬਈ ਦੇਣੀ ਪੈਂਦੀ, ਕੈਦੀ ਨੂੰ ਵੀ ਦੇਣੀ ਪੈਂਦੀ ਰੋਟੀ, ਤਾਂ ਕੈਦੀ ਵੀ ਖਾਂਦੇ ਆ। ਇਹ ਤਾਂ ਨਹੀਂ ਵੀ ਕੈਦੀ ਨੇ ਭਾਵੇਂ ਕਤਲ ਕੀਤਾ ਤਾਂ ਰੋਟੀ ਤਾਂ ਉਹਨੂੰ ਮਿਲਣੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਹ ਇੱਕ ਵੱਖਰੀ ਗੱਲ ਹੈ ਤੁਹਾਡੇ ਕਰਮਾਂ ਦੀ, ਪਰ ਰੋਟੀ ਨਹੀਂ ਟਾਲਦਾ ਕਿਸੇ ਦੀ ਵੀ। ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਨਾਏ। ਕੀਟ ਕੀੜੇ ਪਤੰਗੇ, ਕੁਰੰਗ ਹਰਨ, ਭੁਜੰਗ ਸੱਪ, ਭੂਤ ਕਾਲ ਵਿੱਚ ਬੜੇ ਬਣਾਏ ਉਹਨੇ। ਭਗਵਾਨ ਵਰਤਮਾਨ ਸਮੇਂ ਵਿੱਚ ਬੜੇ ਬਣਾ ਰਿਹਾ, ਭਵਿੱਖ ਕਾਲ ਵਿੱਚ ਬੜੇ ਬਣਾਉਣੇ ਆ। ਤਿੰਨਾਂ ਕਾਲਾਂ ਵਿੱਚ ਕੀੜੇ ਪਤੰਗੇ ਹਰਨ ਭੁਜੰਗਮ ਸੱਪ ਸਾਰੀਆਂ ਚੀਜ਼ਾਂ ਬਣਾਏਗਾ। ਪਿੱਛੇ ਵੀ ਬਣਾਉਂਦੇ ਰਹੇ ਨੇ, ਉਹੀ ਬਣਾਉਂਦੇ ਨੇ ਸਾਰਿਆਂ ਨੂੰ। ਦੇਵ ਅਦੇਵ ਖਪੇ ਅਹੰਮੇਵ। ਦੇਵ ਦੇਵਤੇ ਤੇ ਅਦੇਵ ਜਿਹੜੇ ਦੈਂਤ ਨੇ ਉਹ ਖਪ ਗਏ ਕਾਹਦੇ ਚ? ਅਹੰਮੇਵ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਅਹੰਮੇਵ ਜਿਹੜੀ ਹੈ ਨਾ ਹੰਕਾਰ, ਇਹਦੇ ਵਿੱਚ ਦੇਵਤੇ ਵੀ ਖਪੇ ਨੇ ਤੇ ਦੈਂਤ ਵੀ ਖਪੇ ਨੇ। ਮਹਾਰਾਜ ਤਾਈਓ ਸੱਚੇ ਪਾਤਸ਼ਾਹ ਕਹਿੰਦੇ ਨੇ, ਚੰਡੀ ਦੀ ਵਾਰ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਭ ਪਾਇਆ। ਜੀਤ ਲਏ ਤਿੰਨ ਦੇਵਤੇ ਤਿੰਨ ਲੋਕੀ ਰਾਜ ਕਮਾਇਆ। ਵੱਡਾ ਵੀਰ ਅਖਾਇਕ ਹੈ ਸਿਰ ਉੱਪਰ ਛਤਰ ਫਿਰਾਇਆ। ਉਹ ਜਿਹੜਾ ਹੈ ਨਾ ਦੇਵਤਿਆਂ ਨੂੰ ਵੀ ਹੰਕਾਰ ਹੋ ਜਾਂਦਾ। ਫਿਰ ਜਦੋਂ ਦੇਵਤਿਆਂ ਨੂੰ ਹੰਕਾਰ ਹੁੰਦਾ ਤਾਂ ਉਹ ਦੈਂਤਾਂ ਨੂੰ ਪੈਦਾ ਕਰ ਦਿੰਦਾ। ਕਹਿੰਦਾ ਲਾਇਓ ਜਰਾ ਸੋਧਾ ਇਹਨਾਂ ਨੂੰ। ਇਹ ਫਿਰ ਦੈਂਤ ਜਾ ਕੇ ਉਹਨਾਂ ਦੇ ਸਾਰੇ ਸਵਰਗ ਖੋਹ ਕੇ ਇੰਦਰ ਹੋਣਾ ਨੂੰ ਮਾਰ ਕੁੱਟ ਕੇ ਭਜਾ ਦਿੰਦੇ ਨੇ ਉੱਥੋਂ। ਦੇਵਤਿਆਂ ਨੂੰ ਵੀ ਭਜਾ ਦਿੰਦੇ ਨੇ। ਦੈਂਤ ਆਪਣਾ ਰਾਜ ਕਰਦੇ ਨੇ। ਜਦੋਂ ਦੇਵਤਿਆਂ ਦੀ ਹੰਕਾਰ ਦੀ ਖੁਮਾਰੀ ਉਤਰਦੀ ਥੱਲੇ ਨੂੰ, ਵੈਸੇ ਤਾਂ ਐਵੇਂ ਸਮਝਦੇ ਸੀ ਆਪਣੇ ਆਪ ਨੂੰ, ਫੇਰ ਇਹ ਜਾ ਕੇ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੇ, ਮਹਾਰਾਜ ਸਾਤੋਂ ਗਲਤੀ ਹੋ ਗਈ, ਸਾਨੂੰ ਹੰਕਾਰ ਹੋ ਗਿਆ ਸੀ, ਸਾਨੂੰ ਬਖਸ਼ ਲਓ।
ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ ਲੈਂਦੇ ਨੇ, ਫਿਰ ਇਹਨਾਂ ਦੀ ਮਦਦ ਵੀ ਕਰਦੇ ਨੇ। ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਫਿਰ ਦੈਂਤਾਂ ਦਾ ਨਾਸ ਵੀ ਆਪ ਹੀ ਕਰਵਾ ਦਿੰਦੇ ਨੇ। ਫਿਰ ਸਤਿਗੁਰੂ ਬਾਣੀ ਵਿੱਚ ਵੀ ਫਰਮਾਉਂਦੇ ਨੇ, ਆਪੇ ਦੈਂਤ ਲਾਏ ਦਿੱਤੇ ਸੰਤ ਜਨਾ ਕਹੋ ਆਪੇ ਭਇਆ ਸਹਾਈ। ਆਪ ਹੀ ਦੈਂਤ ਚਮੇੜਨ ਵਾਲਾ ਹੈ, ਆਪ ਹੀ ਲਾਉਣ ਵਾਲਾ ਹੈ, ਦੋਨੋਂ ਕੰਮ ਆਪ ਹੀ ਕਰਦਾ ਹੈ। ਕਿਉਂਕਿ ਸਤਿਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨਾ ਦੂਜਾ ਠਾਓ, ਸਤਿਗੁਰ ਤੁਠੈ ਪਾਈਐ ਨਾਨਕ ਸੱਚਾ ਨਾਉ। ਹੁਣ ਅਕਾਲ ਪੁਰਖ ਵਾਹਿਗੁਰੂ ਹੀ ਲਾਉਂਦੇ ਨੇ। ਕਿਸੇ ਮਹਾਤਮਾ ਕੋਲ ਬੇਨਤੀ ਕੀਤੀ ਕਿਸੇ ਗੁਰਮੁਖ ਨੇ ਵੀ ਮੇਰਾ ਇਹ ਦੁੱਖ ਲਾ ਦਿਓ, ਮਹਾਤਮਾ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਦੁੱਖ ਲਾ ਦਿਓ। ਮਹਾਰਾਜ ਕਹਿੰਦੇ ਅਸੀਂ ਜਾਣ ਕੇ ਲਾਇਆ ਇਹਨੂੰ। ਕਿਉਂ? ਸਤਿਗੁਰੂ ਨੇ ਕਿਹਾ ਦੱਸਿਆ, ਕਹਿੰਦੇ ਇਹਨੇ ਫਲਾਨਾ ਪਾਪ ਕੀਤਾ, ਉਹ ਪਾਪ ਦੀ ਸਜ਼ਾ ਵਜੋਂ ਅਸੀਂ ਇਹਨੂੰ ਦੁੱਖ ਲਾਇਆ, ਕਹਿੰਦੇ ਇਹਨੂੰ ਭੁਗਤ ਲੈਣ ਦੇ। ਜੇ ਹੁਣ ਨਾ ਭੁਗਤਿਆ ਫਿਰ ਅਗਲਾ ਜਨਮ ਲੈਣਾ ਪਊਗਾ, ਕਿਉਂਕਿ ਦੁੱਖ ਤਾਂ ਭੁਗਤਣਾ ਹੀ ਪੈਂਦਾ। ਜਿਹੜੀਆਂ ਗਲਤੀਆਂ ਆਪਾਂ ਕਰਦੇ, ਰੱਬ ਮੇਰਾ ਕੀ ਵਿਗਾੜ ਲੈਣਾ, ਕੀ ਕਰ ਲੇਗਾ ਮੇਰਾ, ਨਾ ਪੰਗੇ ਲੈ ਰੱਬ ਨਾਲ। ਰੱਬ ਤਾਂ ਐਸਾ ਚੱਕਰ ਪਾਉਂਦਾ, ਮੁੜ ਕੇ ਉਹ ਗਲੋਂ ਹੀ ਨਹੀਂ ਦੁੱਖ ਲੈਂਦਾ ਹੈ, ਵਿਰੋਧੀ ਦੁੱਖ ਵੀ ਖੜੇ ਕਰ ਦਿੰਦਾ, ਐਸੀ ਬਿਮਾਰੀ ਖੜੀ ਕਰ ਦਿੰਦਾ। ਡਾਕਟਰ ਦਵਾਈ ਦੇਣ ਤੋਂ ਹੀ ਔਖੇ ਹੋ ਜਾਂਦੇ ਵੀ ਜੇ ਆਹ ਦਵਾਈ ਦਿੱਤੀ ਬਲੱਡ ਪ੍ਰੈਸ਼ਰ ਵੱਧ ਜਾਣਾ, ਜੇ ਬਲੱਡ ਪ੍ਰੈਸ਼ਰ ਘਟਾਉਣ ਵਾਲੀ ਦਵਾਈ ਦਿੰਦੇ ਦੂਜਾ ਦੁੱਖ ਵੱਧ ਜਾਂਦਾ। ਹੁਣ ਵਿਰੋਧੀ ਦੁੱਖ ਪੈਦਾ ਕਰਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਦੇਵਤੇ ਨੇ, ਦੈਂਤ ਨੇ, ਹੰਕਾਰ ਵਿੱਚ ਹੀ ਮਾਰੇ ਗਏ ਨੇ। ਉਹ ਕਹਿੰਦੇ ਅਸੀਂ ਸਿਆਣੇ ਆ, ਅਸੀਂ ਸਿਆਣੇ ਆ, ਅਸੀਂ ਤਾਕਤਵਰ ਆ, ਅਸੀਂ ਤਾਕਤਵਰ ਆ, ਸਾਈਂ ਕਰੀ ਜਾਂਦੇ ਨੇ। ਭੇਵ ਲਖਿਓ ਭਰਮ ਸਿਓ ਭਰਮਾਏ। ਇਹਨਾਂ ਚੋਂ ਕਿਸੇ ਨੇ ਰੱਬ ਦਾ ਭੇਦ ਪਾਇਆ ਹੀ ਨਹੀਂ। ਇਹ ਤਾਂ ਭਰਮ ਵਿੱਚ ਪੈ ਕੇ ਵੀ ਭਟਕੀ ਜਾਂਦੇ ਨੇ, ਭਟਕੀ ਜਾਂਦੇ ਨੇ, ਕਿਉਂਕਿ ਤਿੰਨਾਂ ਗੁਣਾਂ ਵਿੱਚ ਵਰਤਦੇ ਨੇ। ਰਜੋ ਗੁਣ, ਤਮੋ ਗੁਣ, ਸਤੋ ਗੁਣ ਵਿੱਚ ਵਰਤਦੇ ਨੇ। ਚੌਥੇ ਪਦ ਵਿੱਚ ਤਾਂ ਕੋਈ ਨਾ ਚਾਹੁੰਦਾ ਹੀ ਨਹੀਂ ਹੈ। ਵੇਦ ਪੁਰਾਨ ਕਤੇਬ ਕੁਰਾਨ ਹਸੇਬ ਥੱਕੇ ਕਰ ਹਾਥ ਨ ਆਏ। ਵੇਦ ਜਿਹੜੇ ਨੇ ਚਾਰੇ, ਪੁਰਾਣ 18, ਕਤੇਬਾਂ, ਕੁਰਾਨ ਆਦਿਕ ਹਸੇਬ ਥੱਕੇ ਕਰ ਹਾਥ ਨਾ ਆਏ। ਇਹ ਆਪਣੇ ਹਿਸਾਬ ਲਾ ਲਾ ਕੇ ਥੱਕੇ, ਗਿਣਤੀਆਂ ਕਰ ਕਰ ਥੱਕੇ ਕਿ ਪਰਮਾਤਮਾ ਦਾ ਕੋਈ ਅੰਤ ਪਾ ਲਈਏ, ਕਿ ਪਰਮਾਤਮਾ ਨੂੰ ਆਪਣੇ ਹੱਥ ਵਿੱਚ ਲਿਆਈਏ, ਪਕੜ ਲਈਏ, ਹੱਥ ਥੱਲੇ ਲਿਆਈਏ, ਅਸੀਂ ਗਿਣਤੀ ਕਰ ਲਈਏ, ਪਰ ਉਹ ਹੱਥ 'ਚ ਨਹੀਂ ਆਉਂਦੇ ਕਿਸੇ ਦੇ। ਜਿਉਂ ਉਹ ਕੋਈ ਇਹਨਾਂ ਦਾ ਗਿਣਤੀਆਂ ਮਿਣਤੀਆਂ ਨਾਲ ਪਤਾ ਲਾ ਲਵੇ ਰੱਬ ਦਾ, ਫਿਰ ਤਾਂ ਹਰੇਕ ਜਾਣਾ ਹੀ ਪਕੜ ਲਿਆ ਕਰੇ ਉਹਨਾਂ ਨੂੰ। ਮਹਾਰਾਜ ਜੀ ਉਹ ਫਿਰ ਹੱਥ ਵਿੱਚ ਕਿਵੇਂ ਆਉਂਦੇ ਨੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਨਾਲ ਹੀ ਆਉਂਦੇ ਨੇ। ਬਸ ਪ੍ਰੇਮ ਕਰੇ ਜਿਹੜਾ, ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾ ਪਤ ਪਾਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰਨ ਪ੍ਰੇਮ ਦੇ ਪ੍ਰਭਾਵ ਤੋਂ ਬਿਨਾ। ਪ੍ਰੇਮ ਦਾ ਵੀ ਇੱਕ ਪ੍ਰਭਾਵ ਹੈ, ਭਾਵਨਾ ਤੋਂ ਬਿਨਾ। ਪ੍ਰੇਮ ਤਾਂ ਪ੍ਰੇਮੀਆਂ 'ਚ ਬਹੁਤ ਹੈ, ਪਰ ਪ੍ਰੇਮ ਭਾਵਨਾ ਇਸ ਤੋਂ ਵੀ ਉੱਪਰ ਹੁੰਦੀ। ਜੇ ਚੌਥੇ ਪਾਤਸ਼ਾਹ ਨੇ ਕਰਕੇ ਦਿਖਾਈ। ਲਾਹੌਰ ਵਿਖੇ ਜਦੋਂ ਮਹਾਰਾਜ ਨੇ ਜਾ ਕੇ ਸਤਿਗੁਰੂ ਜੀ ਨੇ ਤੀਜੇ ਪਾਤਸ਼ਾਹ ਵਾਸਤੇ ਬਸਤਰ ਦੇਖਿਆ, ਇੱਕ ਦੁਕਾਨ ਦੇ ਬਾਹਰ ਬੜਾ ਸੋਹਣਾ ਬਸਤਰ ਹੈ, ਮਹਾਰਾਜ ਲਈ ਚੋਲਾ ਬਣਾਈਏ। ਜਦ ਰੇਟ ਪੁੱਛਿਆ, ਪੈਸੇ ਜ਼ਿਆਦਾ ਨੇ, ਜੇਬ 'ਚ ਪੈਸੇ ਘੱਟ ਨੇ। ਕਿੰਨਾ ਲੱਗੂ ਕੱਪੜਾ? ਕਹਿੰਦੇ ਇੰਨੇ ਮੀਟਰ ਲੱਗੂਗਾ। ਫਿਰ ਖਿਆਲਾਂ ਵਿੱਚ ਖੜ ਗਏ ਉੱਥੇ, ਕਿਉਂ? ਪ੍ਰੇਮ ਦੀ ਕਹਾਣੀ ਹੈ ਸਾਰੀ। ਬਾਜ਼ਾਰ ਵਿੱਚ ਐਸੇ ਖੜੇ ਪ੍ਰੇਮ ਨਿਮਗਨ ਹੋਏ ਕਿ ਕੱਪੜਾ ਵੀ ਖਰੀਦ ਲਿਆ ਖਿਆਲਾਂ ਦੇ ਨਾਲ ਹੀ, ਸਮਾ ਵੀ ਲਿਆ ਤੇ ਪਹਿਨਾ ਵੀ ਦਿੱਤਾ। ਉਧਰੋਂ ਸਤਿਗੁਰੂ ਜੀ ਨੇ ਪਹਿਨ ਵੀ ਲਿਆ। ਇਹ ਹੈ ਭਾਵ, ਪ੍ਰੇਮ ਭਾਵਨਾ। ਪ੍ਰੇਮ ਨਾਲੋਂ ਵੀ ਉੱਪਰ ਭਾਵਨਾ ਹੈ, ਜਿਹੜੀ ਹੈ ਨਾ ਭਾਵਨਾ। ਮਾਤਾ ਭਾਗ ਭਰੀ ਨੇ ਕੀਤੀ ਜਿਹੜੀ ਭਾਵਨਾ, ਉਹਦੇ ਕਰਕੇ ਛੇਵੇਂ ਪਾਤਸ਼ਾਹ ਉੱਥੇ ਗਏ। ਪ੍ਰੇਮ ਤਾਂ ਆਪਣੇ ਵਿੱਚ ਘੱਟ ਨਹੀਂ, ਆਪਣੇ 'ਚ ਪ੍ਰੇਮ ਬੜਾ ਹੈ, ਪਰ ਪ੍ਰੇਮ ਤੋਂ ਵੀ ਉੱਤੇ ਮਹਾਰਾਜ ਕਹਿੰਦੇ ਪ੍ਰੇਮ ਦੀ ਭਾਵਨਾ। ਪ੍ਰੇਮ ਪੂਰਨ ਪ੍ਰੇਮ ਪ੍ਰਭਾਵ ਬਿਨਾ। ਜਿਵੇਂ ਸੂਰਜ ਦਾ ਪ੍ਰਭਾਵ ਹੈ, ਸੂਰਜ ਚੜ੍ਹ ਜੇ ਬਾਹਰ ਧੁੱਪ ਨਿਕਲਿਆ, ਆਪਾਂ ਨੂੰ ਅੰਦਰ ਬੈਠਿਆਂ ਨੂੰ ਗਰਮੀ ਲੱਗਣ ਲੱਗ ਜਾਂਦੀ ਹੈ ਕਿ ਸੂਰਜ ਚੜ੍ਹ ਗਿਆ, ਇਹ ਵੀ ਪ੍ਰਭਾਵ ਹੈ ਉਹਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਪ੍ਰੇਮ ਦਾ ਪ੍ਰਭਾਵ ਜਦੋਂ ਪੈਂਦਾ, ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾ ਪਤ ਪਾਏ।
पूर्ण प्रेम तो बिना किसी ने पत इज्जत प्राप्त नहीं की। ते बड़े मान सत्कार नाल किने श्री श्रोमणी पद्मा पत पाए, अकाल पुरख की प्राप्ति किवें कर सकिया कोई प्रेम तो बिना। जो लक्ष्मी दे समुची माया दे पति होना होर चीज है, लक्ष्मी का पति विष्णु है, पर समुची जिहड़ी माया है ब्रह्मंड दे विच काम करदी कुदरत, वो अकाल पुरख उस दे मालक ने। आद अनंत अगाध अदवैख सुभूत भविख भवान अपै है। आद जी का कोई नहीं, अनंत बेअंत है जो, अगाध डूंगा है, अदवैख ईर्खा तो रहत है जो, सो भूत भविख भवान अपै है। भूत काल विच, भविख विच, वर्तमान समय विच परमेश्वर तिन्ना कालां विच अपै है। तिन्ना कालां विच उहनूं किसी तो डर नहीं लगता, ना किसी तो डरदा, ना उहनूं लोड़ है डरन दी, क्योंकि समर्था उहदी बहुत ज़्यादा वड्डी है। इस करके उन्हें डरना की है। अंत विहीन, अंत तो बिना है, ना तो उहदा आद ना कोई अंत है। अनात्म कहने वो अनात्म आप, अन आत्म जिवें आपां जीव आत्मा हाँ, आत्मा तो रहत, वो तो आप ही जोत रूप है। इस करके वह अकाल पुरख आत्म तो रहत, अदाग दाग तो रहत, कलंक नहीं, कोई दाग नहीं उन्होंने अज तक। कलंकं बिना ने कलंकी स्वरूपे, ओदा ऐसा स्वरूप है। अदोख, दोख होंदे ने पाप, पापां तो रहत है। अछिद्र, छिद्र नहीं कोई रोक सकता उहदे विच, कोई ये नहीं कह सकता कि फलाना छिद्र है, फलाना दोष है उहदे विच, फलाना औगण है, कोई ऐब है। अछै है, अछै छय हुंदा नाश होना, अछै हुंदा नाश तो रहत है। लोगन के करता हरता, लोगां सारी सृष्टि दे करता मालक आप ने, फिर हरता भी नाश करन वाले भी इन्हां नूं आप ही ने। जल में थल में भरता प्रभ वह है, जलां विच भी ते थलां विच भी भरता है सारियां दा, पेट नूं भरता है, हरेक दे पेट नूं भरन वाला है, हरेक नूं रोजी रोटी देण वाला है। दीन दयाल दया कर श्रीपत सुंदर, श्री पद्मा पत ए है। महाराज कहने दीन जो गरीबां दे उत्ते दया करन वाला दयालु अकाल पुरख है। दया कर, दया दी जिहड़ी खाणी है दयालु अकाल पुरख। श्री पत सुंदर, श्री पद्मा पत ए है। इत्थे दो बारी आया श्री पत सुंदर। श्री दा जिहड़ा अर्थ है ना, वो हैगा विष्णु, ब्रह्मा ते कुबेर, ये तीन, इन्हां दा भी पति आ वो श्री पत सुंदर। विष्णु दा, ब्रह्मा दा, कुबेर दा भी पति, क्योंकि कुबेर कोल भी सारी जिन्नी माया, कुबेर उन्हां दा भंडारी है। इस करके श्री उन्होंने लगता, जिथे लक्ष्मी आ गई उत्थे श्री आ जाना। विष्णु जी की पत्नी है लक्ष्मी, इस करके इत्थे भी श्रीपत लगता है। इसे प्रकार ब्रह्मा जी कोल भी सारियां यही ताकतां ने, सरस्वती आदि। तां सतगुरु कहने श्रीपत सुंदर, जेड़े ये तिन्ने ने ना देवते, इन्हां दा भी वो पति है, वो मालक है। श्री पद्मा पत ए है। श्री श्रोमणी सुभायमान माया लक्ष्मी का जो पति अकाल पुरख वाहिगुरु है, वो इन्हां तिन्नां दा भी मालक है। इस करके वो अकाल पुरख वाहिगुरु जो है सारियां दा मालक है, साडा भी मालक है, उन्हां दा भी मालक है, तिन्नां लोकां दा ही मालक है। तां सतगुरु महाराज कहने इन्ना वड्डा अकाल पुरख वाहिगुरु है, उस अकाल पुरख की आराधना करनी कोई टाइम नहीं लगता हुंदा ज़्यादा बाणी पढ़न नूं, सिर्फ 5-4 मिनट लगते इन्हां सवैयां नूं, पर इन्हां दे पढ़न नाल बख्शिश बड़ी हुंदी। जिहड़े लोग कहें साडे कोल रोटी नहीं है, रोजी नहीं है, काम नहीं बनता है, वो महाराज ने दिता तो है। दीनन की प्रतिपाल करने तो गरीबां की पालना रोज करता है, पर आपां कहने बस 5 बाणियां पढ़ लियां, हुण मैनूं लोड़ ही नहीं गाहां, होर नहीं मैनूं लोड़ है। महाराज कहने इन्नी बाणी मैं किहदे लई लिखी है गुरसिखो, तुहाडे लई तां लिखी है। रज रज बाणी पढ़ो, जे बाणी रज के पढ़ोगे तो रजवीं रोटी भी मिलेगी, लोक परलोक भी समरेगा। दोनों थावां दे उत्ते सतगुरु किरपा करनगे, दोवें थाम रखे
गुर सूरे हलत पलत पार ब्रह्म सवारे ਕਾਰਜ ਹੋਏ ਸਗਲੇ ਪੂਰੇ। ਵਾਹ ਸਾਹਿਬ ਦੇ ਵਿੱਚੋਂ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆਪਣੇ ਤੇ ਸਵਈਏ। ਇਹ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ, ਗਰੀਬਾਂ ਦੀ ਪਾਲਣਾ ਕਰਦਾ। ਪੰਜਵਾਂ ਮਹਾਰਾਜ ਸੱਚੇ ਪਾਤਸ਼ਾਹ ਪੰਜਵੀਂ ਪੌੜੀ ਇਹਨਾਂ ਸਵਈਆਂ 'ਚ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਜਿਹੜਾ ਹੈ ਉਹ ਵਾਹਿਗੁਰੂ ਦਾ ਸਰੂਪ ਨਿਰਮਲ ਕਿਵੇਂ ਹੈ ਤੇ ਮੈਲ ਤੋਂ ਰਹਿਤ ਕਿਵੇਂ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਾਮ ਨਾ, ਕ੍ਰੋਧ ਨਾ, ਲੋਭ ਨਾ, ਮੋਹ ਨਾ, ਰੋਗ ਨਾ, ਸੋਗ ਨਾ, ਭੋਗ ਨਾ, ਭੈ ਹੈ। ਕਹਿੰਦੇ ਇੰਨਾ ਕੁਛ ਹੋ ਜਾਏ ਆਪਣੇ ਵਿੱਚ, ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ, ਰੋਗ, ਸੋਗ, ਭੋਗ, ਸਾਰਾ ਕੁਝ, ਡਰ ਵੀ ਹੈ। ਇਹਨਾਂ ਹੀ ਗੱਲਾਂ ਨੂੰ ਲੈ ਕੇ ਆਪਾਂ ਨਿਰਮਲ ਨਹੀਂ ਹੋ ਸਕੇ। ਹੁਣ ਇੱਕ ਪਾਸੇ ਮੈਲ ਲੱਗੀ ਹੋਈ ਹੈ, ਸਰੀਰ ਨੂੰ ਭਰੀ ਹੈ, ਹੱਥ ਪੈਰ ਤਨ ਦੇ। ਇੱਕ ਪਾਸੇ ਪਾਣੀ ਨਿਰਮਲ ਹੈ, ਪਾਣੀ ਧੋਤਾ ਉਤਰ ਸੁਖੇ। ਸੋ ਨਿਰਮਲ ਜਲ ਦੇ ਨਾਲ ਆਪਾਂ ਮੈਲੀ ਚੀਜ਼ ਨੂੰ ਧੋ ਦਿੰਦੇ ਹਾਂ। ਆਪਣੇ ਵਿੱਚ ਕਾਮ, ਕ੍ਰੋਧ, ਲੋਭ, ਮੋਹ ਹੈ, ਰੋਗ, ਸੋਗ, ਭੋਗ, ਸਾਰਾ ਕੁਝ। ਇੱਕ ਪਾਸੇ ਵਾਹਿਗੁਰੂ ਵਿੱਚ ਨਹੀਂ ਹੈ। ਵਾਹਿਗੁਰੂ ਨਿਰਮਲ ਜਲ ਹੈ। ਹਰ ਹਰ ਨਾਮ ਸੀਤਲ ਜਲ, ਧਿਆਵੋ ਹਰ ਚੰਦਨ ਵਾਸ, ਸੁਗੰਧ ਗੰਧਈਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਿਰਮਲ ਦੇ ਨਾਲ, ਨਿਰਮਲ ਜਲ ਦੇ ਨਾਲ ਆਪਣੇ ਮਨਾਂ ਦੀ ਮੈਲ ਨੂੰ ਉਤਾਰ ਸਕਦੇ ਹਾਂ। ਇਸ ਕਰਕੇ ਜਦੋਂ ਪੜ੍ਹਦੇ ਹਾਂ ਇਹ ਤਾਂ ਆਪਣੇ ਅੰਦਰ ਵੀ ਇਹੀ ਅਵਸਥਾ ਹੌਲੀ 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 ਆ ਜਾਂਦੀ ਹੈ। ਵਾਹਿਗੁਰੂ ਦੇ ਵਿੱਚ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਕੋਈ ਰੋਗ ਹੈ, ਆਦਿ ਵਿਆਧੀ ਉਪਾਧੀ ਨਹੀਂ ਹੈ, ਨਾ ਸੋਗ ਹੀ ਹੈ, ਨਾ ਉਹਦੇ ਅੰਦਰ ਭੋਗ ਹੈ, ਨਾ ਭੈ ਹੈ, ਡਰ ਵੀ ਨਹੀਂ ਹੈ ਉਹਦੇ ਮਨ ਦੇ ਅੰਦਰ। ਦੇਹ ਬਹੀਨ, ਦੇਹੀ ਤੋਂ ਬਹੀਨ ਬਿਨਾ ਹੈ। ਵਾਹਿਗੁਰੂ ਦੀ ਦੇਹੀ ਨਹੀਂ ਹੈ ਕੋਈ। ਸਨੇਹ ਸਭੋ ਤਨ, ਪਰ ਸਾਰਿਆਂ ਸਰੀਰਾਂ ਨਾਲ, ਸਾਰਿਆਂ ਜੀਵਾਂ ਨਾਲ ਪਿਆਰ ਵੀ ਕਰਦਾ। ਆਪਣਾ ਉਹਦਾ ਕੋਈ ਸਰੂਪ ਨਹੀਂ ਹੈ ਵਾਹਿਗੁਰੂ ਦਾ, ਪਰ ਫਿਰ ਪਿਆਰ ਵੀ ਕਰਦਾ ਹੈ ਸਾਡੇ ਸਾਰੇ ਜਿੰਨੇ ਜੀਵ ਉਹਨੇ ਬਣਾਏ ਨੇ, ਜਿੰਨੇ ਸਰੂਪ ਬਣਾਏ ਨੇ। ਨੇਹ ਬਿਰਕਤ, ਜਿਹੜਾ ਨੇਹ ਹੈ, ਨੇਹ ਮੋਹ ਹੈ, ਜਿਹੜਾ ਨੇਹ ਪਿਆਰ ਹੈ, ਜਿਹੜੀ ਸੰਸਾਰੀ ਜੀਵਾਂ ਨੂੰ ਨੇਹ ਹੁੰਦਾ, ਬੱਚਿਆਂ ਨਾਲ, ਪਰਿਵਾਰ ਨਾਲ ਮੋਹ ਪੈ ਜਾਂਦਾ। ਪਰ ਅਕਾਲ ਪੁਰਖ ਵਾਹਿਗੁਰੂ ਨੇਹ ਬਿਰਕਤ ਹੈ, ਨੇਹ ਦੀ ਪਕੜ ਤੋਂ ਪਰੇ ਹੈ। ਉਹਨੂੰ ਨੇਹ ਨਹੀਂ ਹੈ। ਜੇ ਨੇਹ ਹੁੰਦਾ ਤਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਲੈ ਮੈਂ ਆਪਣੇ ਬੱਚਿਆਂ ਨੂੰ ਗੱਦੀ ਦੇਵਾਂਗਾ, ਉਹਨਾਂ ਨੂੰ ਕੋਈ ਪਰਿਵਾਰ ਨਾਲ ਨਹੀਂ। ਮਹਾਰਾਜ ਨੇ, ਗੁਰੂ ਅੰਗਦ ਦੇਵ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਦੇ ਦੇਣੀ ਸੀ ਗੱਦੀ ਜੇ ਪਿਆਰ ਹੁੰਦਾ। ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ ਅੱਗੇ। ਜਦ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਮਹਾਰਾਜ ਨੇ ਕੋਈ ਫਰਕ ਨਹੀਂ ਮੰਨਿਆ ਹੈ। ਇਸ ਕਰਕੇ ਅਕਾਲ ਪੁਰਖ ਦੇ ਜਿੰਨੇ ਲੱਛਣ ਨੇ ਉਹ ਸਾਡੇ ਸਤਿਗੁਰੂ ਵਿੱਚ ਉਸੇ ਤਰ੍ਹਾਂ ਹੀ ਢੁਕਦੇ ਨੇ, ਕਿਉਂਕਿ ਨਿਰਗੁਣ ਸਰਗੁਣ ਰੂਪ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗੇਹ ਅੱਛਾ ਹੈ। ਅਗੇਹ ਗ੍ਰਹਿ ਹੁੰਦਾ, ਗ੍ਰਹਿ ਦਾ ਅਗੇ ਬਣਿਆ। ਅਗੇ ਘਰ ਤੋਂ ਰਹਿਤ, ਉਹਦਾ ਕੋਈ ਘਰ ਨਹੀਂ ਸਾਡੇ ਵਾਂਗੂ ਕਿ ਇੱਟਾਂ ਦਾ ਘਰ ਬਣਾ ਕੇ ਬੈਠਾ। ਉਹਦਾ ਸਰਬ ਵਿਆਪਕ ਹੈ, ਅੱਛਾ ਹੈ। ਅਗੇਹ ਅੱਛਾ ਹੈ। ਛੈ ਹੁੰਦੀ ਹੈ ਸਵਾਹ ਹੋ ਜਾਣੀ, ਨਾਸ ਹੋ ਜਾਣਾ। ਅਕਾਲ ਪੁਰਖ ਵਾਹਿਗੁਰੂ ਅੱਛਾ ਹੈ, ਨਾਸ ਤੋਂ ਰਹਿਤ ਹੈ। ਜਾਨ ਕੋ ਦੇਤ, ਅਜਾਨ ਕੋ ਦੇਤ। ਜਾਨ ਵਾਲਿਆਂ ਨੂੰ ਦਿੰਦੇ ਨੇ, ਜਿਹੜੇ ਜਿਨ੍ਹਾਂ 'ਚ ਜਾਨ ਹੈ, ਚੇਤਨ ਸੱਤਾ, ਜਿਵੇਂ ਆਪਾਂ ਹੈ, ਤੁਰੇ ਫਿਰਦੇ ਆ, ਪੰਛੀ ਉੜੇ ਫਿਰਦੇ ਨੇ। ਕਈ ਜੀਵ ਜਿਹੜੇ ਨੇ ਉਹ ਅਜਾਨ ਨੇ, ਉਹਨਾਂ 'ਚ ਜਾਨ ਵੀ ਨਹੀਂ ਹੁੰਦੀ ਪਰ ਫਿਰ ਵੀ ਜੂਨੀ ਹੁੰਦੀ ਆ। ਉਹ ਜੜ ਚੀਜ਼ਾਂ ਜਿਹੜੀਆਂ ਨੇ, ਪੱਥਰ ਆਦਿਕ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਾਹਿਗੁਰੂ ਸਾਰਿਆਂ ਨੂੰ ਹੀ ਬਖਸ਼ਿਸ਼ ਕਰਦੇ ਨੇ। ਜਾਨ ਕੋ ਦੇਤ, ਜਾਨ ਵਾਲਿਆਂ ਨੂੰ ਵੀ ਦਿੰਦੇ ਨੇ, ਅਜਾਨ ਕੋ ਦੇਤ। ਜਿਨ੍ਹਾਂ ਦੇ ਅੰਦਰ ਜਾਨ ਨਹੀਂ ਹੈ ਉਹਨਾਂ ਰੂਹਾਂ ਨੂੰ ਵੀ ਕਈ ਸਰੂਪ ਹੀ ਉਹਨੇ ਇਹੋ ਜਿਹੇ ਬਣਾਏ ਨੇ 84 ਲੱਖ ਜੂਨ ਦੇ ਵਿੱਚ, ਜਿਹੜੇ ਇੱਕੋ ਹੀ ਜਗ੍ਹਾ ਖੜੇ ਰਹਿੰਦੇ ਨੇ, ਇੱਕੋ ਹੀ ਜਗ੍ਹਾ ਟਿਕੇ ਰਹਿੰਦੇ ਨੇ। ਉਹਨਾਂ ਨੂੰ ਵੀ ਦਿੰਦੇ ਨੇ ਉਹ ਤਾਂ।
ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਜ਼ਮੀਨ ਦੇ ਉੱਤੇ ਲੋਕਾਂ ਨੂੰ ਦਿੰਦੇ ਨੇ, ਜ਼ਮੀਨ ਤੇ ਬਸਣ ਵਾਲੇ ਹਰੇਕ ਨੂੰ ਦਿੰਦੇ ਨੇ। ਉਹ ਜੇ ਆਂਡਾ ਵੀ ਦਿੰਦੇ ਨੇ, ਆਂਡਾ ਉਹਨਾਂ ਦਾ ਥੱਲੇ ਆਉਂਦਿਆਂ ਕਿਉਂਕਿ ਉਚਾਈ ਇੰਨੀ ਤੇ ਨਹੀਂ ਉਹ ਬੱਚਾ ਪੈਦਾ ਹੋ ਕੇ ਵਾਪਸ ਆਪਣੇ ਮਾਂ-ਬਾਪ ਨਾਲ ਜਾ ਕੇ ਮਿਲ ਪੈਂਦਾ। ਇਹੋ ਜਿਹੇ ਪੰਛੀ ਅਸਮਾਨ ਵਿੱਚ ਪਏ ਨੇ। ਮਹਾਰਾਜ ਕਹਿੰਦੇ ਦੇਖੋ ਉਹਨਾਂ ਨੂੰ ਵੀ ਉੱਥੇ ਪਹੁੰਚਾਉਂਦਾ ਹੀ ਆ ਉਹ। ਕੀ ਪਤਾ ਕੀ ਖਾਣ ਨੂੰ ਦਿੰਦੇ ਨੇ ਉਹਨਾਂ ਨੂੰ ਉੱਥੇ। ਉਹ ਇੰਨਾ ਵੱਡਾ ਪੰਛੀ ਦੱਸਿਆ ਵੀ ਉਹ ਜਿਹੜਾ ਉੱਪਰਲਿਆਂ ਅਸਮਾਨਾਂ 'ਚ ਪੰਛੀ ਇੰਨਾ ਵੱਡਾ ਦੱਸਿਆ ਉਹ ਕਦੇ ਇਸ ਸ੍ਰਿਸ਼ਟੀ ਤੇ ਆਇਆ ਵੀ ਹੋਵੇਗਾ। ਜਦੋਂ ਉਹ ਧਰਤੀ ਤੇ ਉੱਡ ਕੇ ਆਉਂਦਾ ਤੇ ਹਾਥੀ ਨੂੰ ਆਪਣੇ ਪਕੜ ਕਰਕੇ ਪੰਜਿਆਂ ਵਿੱਚ ਫੇਰ ਉੱਡ ਜਾਂਦਾ, ਹਾਥੀ ਚੁੱਕ ਕੇ ਲੈ ਜਾਂਦਾ। ਇੰਨਾ ਵੱਡਾ ਪੰਛੀ ਹੈ ਉਹ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹੋ ਵਾਹਿਗੁਰੂ ਸਾਰਿਆਂ ਨੂੰ ਆਕਾਸ਼ ਵਿੱਚ ਵੀ ਦਿੰਦਾ ਹੈ, ਇਸ ਧਰਤੀ ਉੱਤੇ ਵੀ ਬਖਸ਼ਿਸ਼ ਕਰਦਾ ਹੈ। ਤਾਂ ਸਤਿਗੁਰੂ ਮਹਾਰਾਜ 10ਵੇਂ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈ। ਮਹਾਰਾਜ ਕਹਿੰਦੇ ਸੋਹਣਿਆ ਫਿਰ ਕਾਹਦੇ ਵਾਸਤੇ ਡੋਲਦਾ। ਉਹ ਜਦ ਆਕਾਸ਼ ਵਿੱਚ ਉੱਡਦੇ ਪੰਛੀ ਨੂੰ ਰੋਟੀ ਦਿੰਦਾ, ਪਤਾਲ ਵਿੱਚ ਦਿੰਦਾ, ਧਰਤੀ ਤੇ ਦਿੰਦਾ, ਪਹਾੜਾਂ ਵਿੱਚ ਦਿੰਦਾ, ਪਤਾ ਨਹੀਂ ਕਿੱਥੇ ਕਿੱਥੇ। ਤੂੰ ਤਾਂ ਚੰਗਾ ਭਲਾ ਸ਼ਹਿਰ 'ਚ ਬੈਠਾ, ਤੇਰੇ ਕੋਲ ਤਾਂ ਸਾਰਾ ਕੁਝ, ਤੈਨੂੰ ਫਿਰ ਕਾਹਦੀ ਫਿਕਰ ਪਈ ਹੋਈ ਆ। ਦੇਣਗੇ, ਦਿੰਦੇ ਵੀ ਨੇ, ਭੁੱਖਾ ਤਾਂ ਨਹੀਂ ਮਾਰਦੇ ਹੈ। ਰੋਟੀ ਤਾਂ ਸਾਰਿਆਂ ਨੂੰ ਦਿੰਦੇ ਨੇ, ਬਾਕੀ ਤਾਂ ਆਪਣੀ ਪਰਾਲਬਧ ਹੋਰ ਵੀ ਹੈ, ਜਿਹੀ ਜੀ ਆਓ ਜੀ ਮਿਲ ਜਾਂਦੀ ਹੈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਹਰ ਕੁਝ ਦੇਣਾ, ਸਭ ਕੁਝ ਦੇਣਾ ਹੈ।